मैं कहना कि फिर इन्ना चिर इस कौम नूं बर्बादी वाले पासे क्यों सिमरजीत सिंह मान लैके गया, क्यों किरपान दा उन्हें पा छड्डिया पंगा। ਤੁਸੀਂ ਰਵਨੀਤ ਬਿੱਟੂ ਹੋਰਾਂ ਦੀ ਜੋ ਮੰਗ ਹੈਗੀ ਉਹਨੂੰ ਕਿੰਨਾ ਕੁ ਵਾਜਬ ਸਮਝਦੇ ਹੋ? ਜਿਨ੍ਹਾਂ ਨੇ ਸਜ਼ਾਵਾਂ ਭੁਗਤ ਲਈਆਂ ਨੇ, ਜਾਂ ਤੇ ਗਵਰਨਮੈਂਟ ਆਫ ਇੰਡੀਆ ਉਹਦੇ ਬਾਰੇ ਕੋਈ ਡਿਸੀਜਨ ਲਵੇ ਤੇ ਅਦਰਵਾਈਜ਼ ਉਹਨਾਂ ਨੂੰ ਨਜਾਇਜ਼ ਜੇਲ੍ਹਾਂ 'ਚ ਨਹੀਂ ਰੱਖਣਾ ਚਾਹੀਦਾ। ਕੋਈ ਕਾਨੂੰਨ ਵੀ ਹੈ ਦੇਸ਼ ਦਾ, ਔਰ ਇੰਨੀ ਨਹੀਂ ਦੇਰ ਕਿਸੇ ਗੱਲ ਤੋਂ ਬਿਨਾਂ ਮਤਲਬ ਤੋਂ ਜੇਲ੍ਹਾਂ 'ਚ ਰੱਖਣਾ ਮੇਰੇ ਖਿਆਲ 'ਚ ਮੈਂ ਨਹੀਂ ਠੀਕ। ਇਹ ਉਹਦੀ ਆਪਣੀ ਜਾਤੀ ਕੋਈ ਰਾਏ ਆ। ਰਵਨੀਤ ਬਿੱਟੂ ਵਾਰ-ਵਾਰ ਇਹ ਵੀ ਕਹਿੰਦੇ ਹੈਗੇ ਕਿ ਜੇ ਉਹ ਬਾਹਰ ਆਉਂਦੇ ਆ ਤਾਂ ਉਹ ਲੋਕਾਂ ਦੇ ਹੱਥਾਂ ਦੇ ਵਿੱਚ AK-47 ਦੁਬਾਰਾ ਫੜਾ ਦੇਣਗੇ। ਜਦੋਂ ਫਿਰ ਕੋਈ ਕਰਦਾ ਸਰਕਾਰ ਇਹ ਥੋੜ੍ਹੀ ਕਿ ਉਹਨਾਂ ਨੂੰ ਫਿਰ ਫੜ ਕੇ ਅੰਦਰ ਕਰੇ। ਇੱਕ ਜਿਹੜਾ ਉਹਨਾਂ ਨੇ ਮੀਟਿੰਗ ਦੌਰਾਨ ਇਹ ਕਿਹਾ ਕਿ ਅੱਖ ਮਾਰ ਕੇ ਤੁਸੀਂ ਦੱਸੋ ਕਿ ਜਿਹੜਾ ਮਤਾ ਪਾਸ ਕਰਨਾ ਖਾਲਿਸਤਾਨ ਦਾ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਪਹਿਲਾਂ ਤਾਂ ਅੱਖ ਮਾਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ। ਤੁਹਾਨੂੰ ਬੁਲਾਉਂਦੇ ਤਾਂ ਤੁਸੀਂ ਕਮੇਟੀ ਦੇ ਮੈਂਬਰ ਬਣਦੇ। ਇੱਕ ਕੱਲ੍ਹ ਤਸਵੀਰ ਆਈ ਭਗਵੰਤ ਮਾਨ ਸਾਹਿਬ ਡੱਲੇਵਾਲ ਸਾਹਿਬ ਨੂੰ ਜੱਫੀ ਪਾ ਰਹੇ, ਬੜੀ ਸੋਹਣੀ ਤਸਵੀਰ ਸੀਗੀ। ਤੁਹਾਡੇ ਲਈ ਸੋਹਣੀ ਹੈਗੀ ਕਿ ਨਹੀਂ ਹੈਗੀ? ਕਿਉਂਕਿ ਮਸਲਾ ਹੱਲ ਹੋ ਗਿਆ। ਆਪੇ ਹੀ ਮਸਲਾ ਪੈਦਾ ਕੀਤਾ, ਆਪੇ ਮਸਲਾ ਹੱਲ ਕਰ ਲਿਆ। ਕਿਸਾਨ ਯੂਨੀਅਨ ਵੀ ਇਹਨਾਂ ਨਾਲ ਰਲ ਕੇ ਪੋਲਿਟਿਕਸ ਕਰ ਰਹੀ ਹੈ। ਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਹੱਥ ਮਿਲਾਉਂਦੇ ਹੋ ਤਾਂ એનર્ਜੀ ਟਰਾਂਸਫਰ ਹੁੰਦੀ ਹੈ, ਲੇਕਿਨ ਸਿਆਸਤ ਦੇ ਵਿੱਚ ਜਦੋਂ ਤੁਸੀਂ ਹੱਥ ਮਿਲਾਉਂਦੇ ਹੋ ਤਾਂ ਕਈ ਵਾਰੀ ਹੱਥਾਂ ਦੀਆਂ ਜਿਹੜੀਆਂ ਲਕੀਰਾਂ ਹੁੰਦੀਆਂ ਨੇ ਉਹ ਖੁਸ਼ਕਿਸਮਤੀ ਵੱਲ ਤੁਰ ਪੈਂਦੀਆਂ ਤੇ ਕਈ ਵਾਰੀ ਹੱਥਾਂ ਦੀਆਂ ਲਕੀਰਾਂ ਘਿਸ ਵੀ ਜਾਂਦੀਆਂ। 9 ਮੈਂਬਰੀ ਕਮੇਟੀ ਬਣੀ ਹੈ ਬੰਦੀ ਸਿੰਘਾਂ ਨੂੰ ਲੈ ਕੇ, ਤੇ ਕਿਹਾ ਜਾ ਰਿਹਾ ਕਿ ਬਲਵੰਤ ਸਿੰਘ ਰੱਜੋਆਣਾ ਤੇ ਉਹਦੇ ਨਾਲ ਹਵਾੜਾ ਉਹਨਾਂ ਨੂੰ ਛੁਡਵਾਉਣਾ ਹੈ। ਔਰ तमाम ਪਹਿਲੂ ਹੈਗੇ ਆ, ਔਰ तमाम ਗੱਲਾਂ ਹੈਗੀਆਂ, ਪੰਜਾਬ ਦੇ ਮੁੱਦੇ ਹੈਗੇ ਆ ਜਿਨ੍ਹਾਂ 'ਤੇ ਗੱਲਬਾਤ ਕਰਾਂਗੇ। ਸੁਖਜਿੰਦਰ ਸਿੰਘ ਰੰਧਾਵਾ ਮੇਰੇ ਨਾਲ ਨੇ। ਰੰਧਾਵਾ ਸਾਹਿਬ, 9 ਮੈਂਬਰੀ ਕਮੇਟੀ ਬਣ ਗਈ ਹੋਈ ਹੈ, ਤੁਹਾਡਾ ਫਸਟ ਟੇਕ ਕੀ ਹੈ ਇਹਦੇ 'ਤੇ? ਮੀਟਿੰਗ ਵੀ ਉਹਨਾਂ ਦੀ ਹਾਂਜੀ। ਦੇਖੋ, ਜਿਹੜੀ 9 ਮੈਂਬਰੀ ਕਮੇਟੀ ਬਣੀ ਆ ਇਹਦੇ ਵਿੱਚ ਉਹ ਬੰਦੇ ਨੇ ਜਿਨ੍ਹਾਂ ਦਾ ਕਦੀ ਵੀ ਆਪਸ ਵਿੱਚ ਰਿਲੇਸ਼ਨ ਨਹੀਂ ਰਹੇ, ਜਿਹੜੇ ਬਿਲਕੁਲ ਇੱਕ ਦੂਜੇ ਦੇ ਅਗੇਂਸਟ, ਇੱਕ ਦੂਜੇ ਦੀ ਇੰਨਾ ਕੁਝ ਬੋਲਦੇ ਰਹੇ ਨੇ। ਔਰ ਮੇਰਾ ਖਿਆਲ ਹੈ ਕਿ ਇਹਨਾਂ ਦੇ ਕਦੀ ਆਪਸ ਵਿੱਚ ਬੋਲ ਚਾਲ ਵੀ ਹੈ ਨਹੀਂ ਸੀਗਾ, ਟਾਕਿੰਗ ਟਰਮਸ ਨਹੀਂ ਸੀ। ਜਿਵੇਂ ਸਰਨਾ ਸਾਹਿਬ ਲੈ ਲਓ, GK ਲੈ ਲਓ, ਜੋ GK ਦਾ ਹਾਲਾਤ ਇਹਨਾਂ ਨੇ ਬਣਾਏ ਅਕਾਲੀ ਦਲ ਨੇ, ਜੋ ਇਹਨਾਂ ਨੇ ਸਿਰਸੇ ਕੋਲੋਂ ਦੀ ਬੇਇੱਜ਼ਤੀ ਕਰਵਾਈ ਅਤੇ ਉਹੀ ਸਿਰਸਾ 'ਚ BJP ਚਲਾ ਗਿਆ। ਅਤੇ ਜੋ ਸਰਨਾ ਸਾਹਿਬ ਦੀ GK ਨੇ ਅਤੇ ਜਾਂ ਸਿਰਸੇ ਉਹਨਾਂ ਨੇ ਜੋ ਕੀਤੀ, ਅਤੇ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹਾਲ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਇਸ ਪਰਿਵਾਰ ਨੇ, ਔਰ ਜੋ ਦਾਦੂਵਾਲ ਦਾ ਕੀਤਾ ਇਸ ਪਰਿਵਾਰ ਨੇ, ਅਸੀਂ ਵੇਖਦੇ ਰਹੇ ਹਾਂ। ਸਾਡੇ ਟਾਈਮ 'ਚ ਅਸੀਂ ਉਹਨਾਂ ਦਾਦੂਵਾਲ ਸਾਹਿਬ ਕੋਲ ਜਾਂਦੇ ਵੀ ਰਹੇ ਹਾਂ। ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਇਹ ਜਿਸ ਪਰਿਵਾਰ ਨੇ ਪੰਥ ਨੂੰ ਖਾਸ ਕਰਕੇ ਲੁੱਟਿਆ ਵੀ ਅਤੇ ਪੰਜਾਬ ਨੂੰ ਕੁੱਟਿਆ ਵੀ, ਔਰ ਗੁਰਦੁਆਰਿਆਂ ਦੇ ਉੱਤੇ ਜਿਸ ਬੇਸ਼ਰਮੀ ਦੇ ਨਾਲ ਇਹਨਾਂ ਨੇ ਕਬਜ਼ੇ ਕੀਤੇ, ਜਿਸ ਤਰ੍ਹਾਂ ਇਹਨਾਂ ਨੇ ਦੁਰਵਰਤੋਂ ਧਨ ਦੀ ਕੀਤੀ, ਜਿਸ ਤਰ੍ਹਾਂ ਇਹਨਾਂ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਜਲੀਲ ਕੀਤਾ, ਔਰ ਜੋ ਉਹਨਾਂ ਦੇ ਹਾਲਾਤ ਕੀਤੇ, ਅੱਜ ਮੈਨੂੰ ਅਫਸੋਸ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਉਹਨਾਂ ਦੇ ਵਿੱਚ ਬੈਠਿਆ। ਮੈਂ ਇਸੇ ਕਰਕੇ ਹੀ ਇਹ ਕਰਨ ਲੱਗਾ। ਅਤੇ ਔਰ ਮੈਂ ਇਹ ਵੀ ਯਾਦ ਦਿਵਾਉਣਾ ਚਾਹੁੰਦਾ ਕਿ ਜਿਸ ਦਿਨ ਬਰਗਾੜੀ ਦਾ ਮੋਰਚਾ ਸੀਗਾ ਜਾਂ 2015 ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅੱਜ ਉੱਥੇ ਬੈਠੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 1997 ਤੋਂ ਲੈ ਕੇ 2017 ਤੱਕ 2022 ਤੱਕ ਹੀ ਲੈ ਲਓ, ਹੁਣ ਤੱਕ ਹੀ ਲੈ ਲਓ, 15 ਸਾਲ ਇਹਨਾਂ 20 ਸਾਲਾਂ ਦੇ ਵਿੱਚੋਂ ਜਾਂ 25 ਸਾਲਾਂ ਦੇ ਵਿੱਚੋਂ 15 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਹੋਣੀ ਸੱਤਾ ਦੇ ਵਿੱਚ ਕਾਬਜ ਰਹੇ ਨੇ। ਅਤੇ ਮੇਰਾ ਨਹੀਂ ਖਿਆਲ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰੀ ਵੀ ਇਹਨਾਂ ਨੇ ਕਿਤੇ ਬੰਦੀ ਸਿੰਘਾਂ ਬਾਰੇ ਆਵਾਜ਼ ਉਠਾਈ ਹੈ ਜਾਂ ਕੋਈ ਗੱਲ ਕੀਤੀ ਆ। ਪਿੱਛੇ ਇੱਕ ਖਬਰ ਇਹ ਵੀ ਛਪੀ ਹੈਗੀ ਕਿ ਸੈਡੀਸ਼ਨ ਦੇ ਕੇਸਿਸ ਵੀ ਇਹਨਾਂ ਦੇ, ਹੁਣੇ ਤੁਹਾਨੂੰ ਮੈਂ ਉਸੇ ਤਰ੍ਹਾਂ ਤੁਹਾਡੇ ਆਵਾਂਗਾ, ਅਤੇ ਇਹਨਾਂ ਨੇ ਇੱਕ ਵੀ ਅੱਜ ਤੱਕ ਕਿਸੇ ਦੀ ਵੀ ਗੱਲ ਨਹੀਂ ਕੀਤੀ। ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਆ, ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ, ਤੁਸੀਂ ਸਿੱਖ ਕੌਮ ਦੀ ਗੱਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸਿਰਫ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਕਰਨਾ ਚਾਹੁੰਦੇ ਹੋ? ਜੇ ਤਾਂ ਬਾਦਲ ਪਰਿਵਾਰ ਦੀ ਆ, ਤੁਸੀਂ ਸਰਬ ਪ੍ਰਮਾਣਿਤ ਪਹਿਲੋਂ ਆਪਣੇ ਆਪ ਨੂੰ ਇਹ 'ਤੇ ਕਰਵਾ ਲਓ ਕਿ ਤੁਸੀਂ ਸਾਰਿਆਂ ਦੇ ਸਾਂਝੇ ਜਥੇਦਾਰ ਹੋ। ਇਸੇ ਹੀ ਜਿਹੜੇ 2 ਵਿੱਚ ਮੈਂਬਰ ਬੈਠੇ ਨੇ, ਮੇਰੇ ਖਿਆਲ ਸਰਨਾ ਸਾਹਿਬ ਵੀ ਉਸ ਟਾਈਮ ਉੱਥੇ ਹੀ ਸਰਬੱਤ ਖਾਲਸਾ ਦੇ ਵਿੱਚੋਂ ਸਰਨਾ ਸਾਹਿਬ ਵੀ ਗਏ ਸੀ। ਉੱਥੇ ਇਹਨਾਂ ਨੇ 2015 'ਚ ਸਰਬੱਤ ਖਾਲਸਾ ਹੋਇਆ, ਉਹਦੇ 'ਚ ਇਹਨਾਂ ਨੇ ਕਿਹਾ
कि असी अकाल तख्त के इन्हां जथेदारां नूं जथेदार नहीं मानते। ਉਹਦੇ 'ਚ ਕੀ ਗੱਲ ਪਹਿਲੀ ਅੱਜ ਤੇ ਇਹ ਕਰਵਾਓ कि इन्हां लोकां नूं दादूवाल साहब ते ये दोवें ये कहण कि असी ये जिहड़ी चीज़ आ जथेदार इन्हां नूं ਮੰਨਦੇ ਹਾਂ। मैं दूसरी जिहड़ी चीज़ है इहदे विच इन्हां दा मता ही मैं पढ़ देना तुहानूं। ਇਹ इन्हां दे मते जिहड़े सी उस टाइम दे उत्ते ये मते इन्हां ने लागू कीते सी जिहड़े सरबੱਤ खालसा च। ਉਹਦੇ ਵਿੱਚ ਜਿਹੜਾ ਮਤਾ ਨੰਬਰ 4 ਆ ਇਹਦੇ 'ਚ ਇਹਨਾਂ ਨੇ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਅਵਾਰਡ ਜਿਹੜਾ ਵਾਪਸ ਲੈਣਾ। ਕਿ ਅੱਜ ਸਿਮਰਜੀਤ ਮਾਨ ਤੇ ਇਹ ਜਿਹੜੇ 3 ਬੰਦੇ ਨੇ 9 ਮੈਂਬਰੀ ਕਮੇਟੀ 'ਚ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਅੱਜ ਇਹ ਵੀ ਲੈ ਕੇ ਆਓਗੇ ਕਿ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹਨੂੰ ਵਾਪਸ ਲਿਆ ਜਾਵੇ। ਮਤਾ ਨੰਬਰ 7 ਅੱਜ ਦਾ ਸਰਬੱਤ ਖਾਲਸਾ ਸਰਕਾਰ ਦੀ ਨੂੰ ਤਕੀਦ ਕਰਦਾ ਜੇਲ੍ਹਾਂ ਵਿੱਚ ਬੰਦੀ ਸਿੱਖ ਰਾਜਸੀ ਕੈਦੀ ਜੋ ਕਿ ਸਾਡੀ ਕੌਮ ਦਾ ਸਰਮਾਇਆ ਹਨ ਜਿਨ੍ਹਾਂ ਵਿੱਚੋਂ ਕਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਇਹ ਛੱਡਿਆ ਜਾਵੇ। ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਹਨਾਂ ਬੰਦੀ ਸਿੰਘਾਂ ਲਈ ਅੱਜ ਤੱਕ ਕੋਈ ਜਿੰਨੀ ਦੇਰ 15 ਤੋਂ 16 17 ਤੱਕ ਇਹ ਸਰਕਾਰ 'ਚ ਰਹੇ ਕਿ ਅੱਜ ਤੱਕ ਇਹਨਾਂ ਨੇ ਕੋਈ ਇਹ ਚਿੱਠੀ ਪੱਤਰ ਕੀਤਾ। ਔਰ ਨਾਲ ਹੀ ਕਿਹਾ ਸਰਬੱਤ ਖਾਲਸਾ ਆਦੇਸ਼ ਕਰਦਾ ਕਿ ਚੱਲ ਰਹੇ ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼੍ਰੀ ਅਕਾਲ ਸਾਹਿਬ ਦੀ ਖੁਦ ਮੁਖਤਿਆਰੀ ਨੂੰ ਬਹਾਲੀ ਅਤੇ ਸਿੱਖਾਂ ਦੇ ਅੰਦਰੂਨੀ ਵਖਰੇਵੇਂ ਕਰਨ ਵਾਲੇ ਮੁੱਦਿਆਂ ਨੂੰ ਨਾ ਉਠਾਇਆ ਜਾਵੇ। ਇਹ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਤਾਂ ਕਹੀਆਂ ਨੇ ਕਿ ਇਹਨਾਂ ਦੇ ਆਪਣੇ ਮਤੇ ਇਹਦੇ 'ਤੇ ਮੇਦਨ ਨੇ ਕਿਹਾ ਕਿ ਸਰਬੱਤ ਖਾਲਸਾ 6 ਮਤਾ ਨੰਬਰ 6 ਸਰਬੱਤ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਲਈ ਸੁਚੇਤ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾਏ। ਇਹ ਇਹਨਾਂ ਦੇ ਉਸ ਵੇਲੇ ਦੇ ਸਰਬੱਤ ਖਾਲਸਾ ਦੇ ਨੇ। ਅੱਜ ਤੱਕ ਉਹਦੇ ਉੱਤੇ ਕੋਈ ਨਹੀਂ ਕੀਤੀ ਜਿਹੜੀ ਇਹਨਾਂ ਨੇ ਕੀਤਾ। ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਉਹੋ ਹੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਆ ਜਾਂ ਇਹ ਜਿਹੜੇ 4-5 ਜਿਹੜੇ ਤੁਸੀਂ ਬੁਲਾਏ ਨੇ ਇਹ ਸਿੱਖ ਨੇ? ਕੀ ਗੱਲ ਉਹਦੇ 'ਚ ਫੂਲਕਾ ਸਾਹਿਬ ਨਹੀਂ ਸੀ ਆ ਸਕਦੇ, KTS ਤੁਲਸੀ ਨਹੀਂ ਸੀ ਆ ਸਕਦਾ, ਉਹਦੇ ਵਿੱਚ ਸਰਦਾਰਾ ਸਿੰਘ ਜੌਹਲ ਵਰਗੇ ਜਿਹੜੇ ਸਿੱਖ ਚਿੰਤਕ ਨੇ ਉਹ ਨਹੀਂ ਆ ਸਕਦੇ, ਉਹਦੇ ਵਿੱਚ ਡਾਕਟਰ SP ਸਿੰਘ ਜਿਹੜੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਹੇ ਨੇ ਅਤੇ ਹੋਰ ਕਈ ਸਿੱਖ ਸਿਆਸਤਦਾਨ ਜਾਂ ਸਿੱਖ ਜਿਹੜੇ ਸਕਾਲਰ ਨੇ ਉਹ ਬੰਦੇ ਕਿਉਂ ਨਹੀਂ ਇਹਨਾਂ ਨੇ ਲਏ? ਬੜੇ ਵੱਡੇ ਵਕੀਲ ਨੇ ਜਿਹੜੇ ਕੇਸ ਲੜਦੇ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਲਿਆ ਗਿਆ? ਇਹ ਮੈਂ ਤਾਂ ਕਹੀਆਂ ਨੇ ਕਿ ਇਹਦੇ ਮਤਲਬ ਕਿ ਅਕਾਲ ਤਖਤ ਦੇ ਜਥੇਦਾਰ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੇ ਜੋ ਆਪਣਾ ਪੋਲੀਟੀਕਲ ਮੇਰੇ ਖਿਆਲ ਪੋਲੀਟੀਕਲ ਸੀਨ ਤੋਂ ਵੈਸੇ ਹੀ ਲਾਂਭੇ ਹੋ ਗਏ ਨੇ ਉਹਨਾਂ ਦੇ ਫਿਰ ਪੈਰ ਲਾਉਣਾ ਚਾਹੁੰਦੇ। ਇਹ ਜਿਹੜੀ ਇਹਨਾਂ ਨੇ ਕੀਤੀ ਹੈ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇਹ ਚੀਜ਼ ਕੀਤੀ। ਮੇਰਾ ਖਿਆਲ ਹੈ ਕਿ ਜਥੇਦਾਰ ਸਾਹਿਬ ਨੂੰ ਹੁਣ ਅਕਾਲ ਤਖਤ ਦੀ ਜਥੇਦਾਰੀ ਛੱਡ ਕੇ ਅਕਾਲੀ ਦਲ ਦਾ ਪ੍ਰਧਾਨ ਬਣ ਜਾਣਾ ਚਾਹੀਦਾ। ਮੇਰੇ ਖਿਆਲ ਜਿਹੜੇ 8-9 ਇਕੱਠੇ ਹੋਏ ਆ ਇਹਨਾਂ ਨੂੰ ਸਰਬ ਪ੍ਰਮਾਣਤ 'ਤੇ ਮੇਰੇ ਖਿਆਲ ਇਹੋ ਜਥੇਦਾਰ ਸਾਹਿਬ ਵੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ, ਹੋਰ ਤਾਂ ਕਿਹਨੇ ਮੰਨਣਾ। ਜਿਹੜਾ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਧਾਮੀ, ਉਹ ਧਾਮੀ ਸਾਹਿਬ ਤੇ ਆਪ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਡਿਊਲ ਇਹਦੇ ਕੀਤੀ ਆ ਉਹਨਾਂ ਨੇ ਕਿ 2 ਮਤੇ ਜਿਹੜੇ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਲਈ ਵੱਖਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਰਾਜਸੀ ਜਿਹੜੇ ਉਹਨਾਂ ਨੇ ਆਪਣੇ ਐਫੀਡੇਵਿਟ ਦਿੱਤੇ ਨੇ ਉਹਨਾਂ 'ਤੇ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਮੈਂਬਰਾਂ ਵਜੋਂ ਪੇਸ਼ ਹੋ ਰਿਹਾ। ਕੀ ਗੱਲ ਉਹ ਧਾਮੀ ਵਿੱਚ ਮੈਂਬਰ ਚਾਹੀਦਾ ਸੀ? ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਜਥੇਦਾਰ ਸਾਹਿਬ ਇਹਨਾਂ ਨੇ ਜਿਹੜੀ ਕਿਹਾ ਕਿ ਤੁਸੀਂ ਬੰਦੀ ਸਿੰਘਾਂ ਦੀ ਗੱਲ ਜਿਹੜੀ ਕਰਦੇ ਹੋ, ਮੇਰੇ ਵਰਗੇ ਨੂੰ ਤਾਂ ਇਹ ਸਿੱਖ ਹੀ ਨਹੀਂ ਸਮਝਦੇ, ਭਾਵੇਂ ਮੈਂ ਅੰਮ੍ਰਿਤ ਛਕਿਆ ਉਹਨੂੰ ਵੀ ਨਹੀਂ ਇਹ ਮੇਰੇ ਜਥੇਦਾਰ ਸਾਹਿਬ ਜਾਂ ਅਕਾਲੀ ਦਲ ਇਹ ਨਹੀਂ ਮੰਨਦੇ। ਤੁਸੀਂ ਇੱਦਾਂ ਕਿ ਸੋਚਦੇ? ਮੈਂ ਸੋਚਦੇ ਕਿ ਸਾਨੂੰ ਕਦੀ ਇਹਨਾਂ ਨੇ ਸਾਨੂੰ ਕਹਿੰਦੇ ਜੀ ਇਹ ਕਾਂਗਰਸੀ ਨੇ, ਸੋਚਦੇ ਨਹੀਂ। ਇਹ ਪ੍ਰੈਕਟੀਕਲੀ ਮੈਂ ਗੱਲ ਕਹਿ ਰਿਹਾ। ਅੱਜ ਜਿੱਥੇ ਕਿਤੇ ਕੋਈ ਗੱਲ ਹੋਵੇ ਇਹ ਸਿਰਫ ਉਹਨੂੰ ਹੀ ਅਕਾਲੀ ਦਲ ਸਮਝਦੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਲੱਤ ਥੱਲਿਓਂ ਲੰਘਦਾ ਹੋਵੇ। ਉਹਨਾਂ ਦੂਸਰੇ ਸਿੱਖ ਨੂੰ ਤਾਂ ਸਿੱਖ ਸਮਝਦੇ। ਮੈਂ ਇੰਨਿਆਂ ਦੇ ਨਾਂ ਲਏ ਨੇ, ਉਹਨਾਂ ਨੂੰ ਕਿਉਂ ਨਹੀਂ ਇਹਨਾਂ ਨੇ ਬੁਲਾ ਲਿਆ? ਜਿਹੜੀ ਇਹ ਚੀਜ਼ਾਂ ਨੇ ਉਹਨਾਂ ਨੂੰ ਵੀ ਬੁਲਾ ਲੈਂਦੇ। ਕੀ ਗੱਲ ਮੈਂ ਨਹੀਂ ਸੀ? ਮੈਂ ਵੀ ਜੇਲ੍ਹ ਮਿਨਿਸਟਰ ਰਿਹਾ, ਮੈਂ ਹੋਮ ਮਿਨਿਸਟਰ ਵੀ ਰਿਹਾ, ਮੈਨੂੰ ਵੀ ਬੁਲਾ ਲੈਂਦੇ ਕਿ ਤੂੰ ਰਿਹਾ, ਤੇਰੀ ਸਰਕਾਰ ਰਹੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ, ਤੁਸੀਂ ਕੀ ਕੀਤਾ 5 ਸਾਲਾਂ 'ਚ? ਅਤੇ ਉਹ ਦੱਸਦੇ ਕਿ ਬਾਦਲਾਂ ਨੇ ਜਿਹੜੇ ਸਿੱਖ ਕੌਮ ਦੇ ਸਰਪ੍ਰਸਤ ਤੁਸੀਂ ਜਥੇਦਾਰ ਸਾਹਿਬ ਬਣਾਈ ਜਾਂਦੇ ਹੋ। ਮੈਂ ਜਥੇਦਾਰ ਸਾਹਿਬ ਨੂੰ ਕਈ ਵਾਰ ਮਿਲਿਆ,
ਉਹਨਾਂ ਕੋਲ ਕਦੇ ਕੋਈ ਜਵਾਬ ਨਹੀਂ ਹੋਇਆ। ਤੁਹਾਨੂੰ ਬੁਲਾਉਂਦੇ ਤਾਂ ਤੁਸੀਂ ਕਮੇਟੀ ਦੇ ਮੈਂਬਰ ਬਣਦੇ? ਨਹੀਂ, ਕਮੇਟੀ ਦਾ ਮੈਂਬਰ ਕੋਈ ਬਣਦਾ, ਮੈਂ ਅਜੇ ਸਿੱਖ ਜਾਂਦਾ ਉੱਥੇ ਦੱਸਦਾ ਕਿ ਜਿਹੜੇ ਤੁਸੀਂ ਬਿਠਾਏ ਨੇ ਇਹਨਾਂ ਦੇ ਵਿੱਚ ਕੀ ਕਮਜ਼ੋਰੀਆਂ ਨੇ ਤੇ ਕੀ ਇਹਨਾਂ ਨੇ ਸਿੱਖ ਕੌਮ ਦਾ ਕੀ ਕਾਣ ਕੀਤਾ। ਕੋਈ ਗੱਲ ਸੁਣ, ਮੈਂ ਬੇਸ਼ੱਕ ਕਾਂਗਰਸੀ ਪਰ ਮੈਂ ਪਹਿਲਾਂ ਤਾਂ ਸਿੱਖ ਹਾਂ। ਸਿੱਖ ਇਹੋ ਜਿਹੀ ਕੌਮ ਹੈ, ਸੈਕੂਲਰ ਕੌਮ ਹੈ ਇਹ। ਗੁਰੂ ਨਾਨਕ ਸਾਹਿਬ ਨੇ ਮੇਰ ਤੇ ਖਤਮ ਕੀਤੀ ਸੀ, ਗੁਰੂ ਤੇਗ ਬਹਾਦਰ ਨੇ ਸੀਸ ਦੇ ਦਿੱਤਾ, ਗੁਰੂ ਗੋਬਿੰਦ ਸਿੰਘ ਨੇ ਚਾਰੇ ਲਾਲਵਾਰ ਸਿੱਖ ਦੇ ਉੱਤੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ। ਇਹ ਜਿੱਦਾਂ ਦੀ ਸਾਡੇ ਗੁਰੂਆਂ ਨੇ ਜੋ ਸਾਨੂੰ ਰਸਤਾ ਦਿੱਤਾ ਉਹਦੇ ਉੱਤੇ ਤੇ ਮਹਾਰਾਜਾ ਰਣਜੀਤ ਸਿੰਘ ਆ, ਉਹਦੇ ਤੋਂ ਵੱਡਾ ਸੈਕੂਲਰ ਹੀ ਕੋਈ ਨਹੀਂ ਸੀ। ਜਿੰਨੇ ਮੰਦਰਾਂ ਦੀ, ਗੁਰਦੁਆਰਿਆਂ ਦੀ, ਮਸਜਿਦਾਂ ਦੀ ਜਿੰਨੀ ਸੇਵਾ ਕੀਤੀ, ਤੇ ਸਿੱਖ ਕੌਮ ਤੋਂ ਵੱਡਾ ਸੈਕੂਲਰ ਹੀ ਕੋਈ। ਦੱਸ ਰਹੇ ਕੁਝ ਮੈਂ ਇਹਦੇ 'ਚ ਹੀ ਕਹਿਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਤੁਸੀਂ ਹੁਣ ਇਹਨਾਂ ਦੀ ਕੀਤੀ ਆ। ਮੇਰੇ ਟਾਈਮ 'ਚ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ 'ਚ ਮੈਂ ਸਾਹਮਣੇ ਬਿਠਾ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਸੁਖਬੀਰ ਬਾਦਲ ਨਾਲ ਗੱਲ ਕਰਨੀ ਚਾਹੁੰਦਾ। ਚਲੋ ਬਾਦਲ ਸਾਹਿਬ ਤੇ ਬਜ਼ੁਰਗ ਹੋ ਗਏ ਨੇ, ਅਤੇ ਉਹਦੇ ਵਿੱਚ ਇਹ ਵੀ ਉਹ ਬੈਠਣ ਸਰਦਾਰ ਸਿਮਰਜੀਤ ਸਿੰਘ ਮਾਨ, ਸਾਡੀ ਮੀਟਿੰਗਸ ਵੀ ਹੁੰਦੀਆਂ ਰਹੀਆਂ ਬਰਗਾੜੀ ਇਸ਼ੂ 'ਤੇ। ਉਹਦੇ ਵਿੱਚ ਪਹਿਲਾ ਇਹ ਸਰਦਾਰ ਲਾਲ ਸਿੰਘ ਪੁੱਤਰ ਭਾਗ ਸਿੰਘ, ਇਹ ਨਾਭਾ ਜੇਲ੍ਹ ਤੋਂ ਰਿਹਾ ਕੀਤਾ ਮੇਰੇ ਟਾਈਮ 'ਚ ਜਦੋਂ ਮੈਂ ਜੇਲ੍ਹ ਮਿਨਿਸਟਰ ਬਣਿਆ। ਇਹ ਨੰਦ ਸਿੰਘ, ਇਹ ਕੇਂਦਰੀ ਜੇਲ੍ਹ ਪਟਿਆਲਾ ਤੋਂ, ਔਰ ਸ਼ੁਬੇਗ ਸਿੰਘ ਕੇਂਦਰੀ ਜੇਲ੍ਹ ਪਟਿਆਲਾ, ਔਰ ਬਲਬੀਰ ਸਿੰਘ, ਹਰਜਿੰਦਰ ਸਿੰਘ ਨਾਭਾ ਜੇਲ੍ਹ, ਔਰ ਵਰਿਆਮ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਤੋਂ। ਅਤੇ ਇੱਕ ਜਿਹੜਾ ਇੱਥੋਂ ਸਾਡੇ ਪਾਪ ਨਾਂ ਦਾ ਸੀਗੇ, ਇੱਕ ਮੈਨੂੰ ਹੁਣ ਪੂਰਾ ਨਾਂ ਨਹੀਂ ਗਾ ਯਾਦ, ਉਹ ਇੱਥੇ ਰਾਜਸਥਾਨ ਜੇਲ੍ਹ 'ਚ ਹੈ। ਉਹਦੀ ਬੜੀ ਦੇਰ ਤੋਂ ਪੈਰੋਲ ਨਹੀਂ ਸੀ ਹੁੰਦੀ, ਟਰਾਂਸਫਰ ਨਹੀਂ ਸੀ ਹੁੰਦੀ। ਉਹਦੇ ਮਗਰ ਪੈ ਕੇ ਚਿੱਠੀਆਂ ਲਿਖ ਕੇ ਕਿ ਇੰਨੀ ਦੇਰ ਤੋਂ ਇਹ ਬੰਦੀ ਆ, ਇਹਨੂੰ ਰਿਹਾ ਕੀਤਾ ਜਾਵੇ ਜਾਂ ਇਹਨੂੰ ਪਰੋਲ ਦਿੱਤੀ ਜਾਏ। ਜਦੋਂ ਕੋਵਿਡ ਦੇ ਵਿੱਚ ਉਹਨੂੰ ਪਰੋਲ ਮਿਲੀ, ਔਰ ਉਹਨਾਂ ਦਾ ਮੈਨੂੰ ਟੈਲੀਫੋਨ ਵੀ ਆਇਆ ਜੀ ਕਿ ਉਹਨਾਂ ਦੇ ਪਰਿਵਾਰ ਵੱਲੋਂ ਕਿ ਤੁਹਾਡਾ ਧੰਨਵਾਦ ਕਿ ਤੁਹਾਡੀਆਂ ਐਫਰਟਸ ਦੇ ਨਾਲ ਸਾਡੇ ਇਸ ਭਰਾ ਨੂੰ ਪਰੋਲ ਮਿਲੀ ਹੈ। ਦੂਸਰੀ ਚੀਜ਼, ਪ੍ਰੋਫੈਸਰ ਦਵਿੰਦਰਪਾਲ ਸਿੰਘ, ਇਹਦੀ ਰਿਹਾਈ ਬਾਰੇ ਮੈਂ ਪਹਿਲੀ ਚਿੱਠੀ 19/8/2019 ਨੂੰ ਇਹ ਦਿੱਲੀ ਸਰਕਾਰ ਨੂੰ ਲਿਖੀ। ਆਹ ਉਹਦੀ ਕਾਪੀ ਆ। ਔਰ ਉਹਦੇ 'ਚ ਆਹ ਉਹਦੀ ਕਾਪੀ ਆ, ਕੇਜਰੀਵਾਲ ਸਾਹਿਬ ਨੂੰ ਆਹ ਲੈਟਰ ਲਿਖੀ ਆ 19/8/2019 ਨੂੰ ਕਿ ਇਹ ਬੰਦਾ ਬਿਮਾਰ ਰਹਿੰਦਾ ਔਰ ਇਹਦੀ ਜਿਹੜਾ ਮਾਨਸਿਕ ਸੰਤੁਲਨ ਮੈਂਟਲੀ ਉਹ ਨਹੀਂ ਆਪਣੇ ਆਪ ਨੂੰ ਸਾਂਭ ਵੀ ਨਹੀਂ ਸਕਦਾ, ਕੱਪੜੇ ਵੀ ਨਹੀਂ ਬਦਲ ਸਕਦਾ, ਅਤੇ ਇਹਨੂੰ ਰਿਹਾ ਕੀਤਾ ਜਾਏ। ਉਹਦੇ ਬਾਅਦ ਉਹਨਾਂ ਦੀ 31/7/2020 ਨੂੰ ਆਹ ਚਿੱਠੀ ਮੈਨੂੰ ਆਉਂਦੀ ਆ ਕਿ ਸਾਡੀ ਕਮੇਟੀ ਨੇ ਉਸ ਦਿੱਲੀ ਗੌਰਮੈਂਟ ਵੱਲੋਂ ਮੇਰੇ ਸੈਕਟਰੀ ਪ੍ਰਿਜ਼ਨ ਨੂੰ ਕਿ ਦਿੱਲੀ ਕਮੇਟੀ ਵੱਲੋਂ ਇਹ ਜਿਹੜੀ ਬੈਠਦੀ ਆ, ਜੇਲ੍ਹ ਕਮੇਟੀ ਬੈਠਦੀ ਆ, ਉਹਨੇ ਇਹ ਤੁਹਾਡਾ ਕੇਸ ਰਿਜੈਕਟ ਕਰ ਦਿੱਤਾ। ਦੂਸਰੀ ਵਾਰ ਫਿਰ 500 ਸਾਲਾ ਅਤੇ ਫਿਰ ਮੈਂ ਲਿਖੀ ਚਿੱਠੀ ਕਿ ਇਹਨਾਂ ਬੰਦਿਆਂ ਨੂੰ ਰਿਹਾ ਕਰ ਦਿੱਤਾ ਜਾਵੇ। ਉਹਦੇ 'ਚ ਫਿਰ ਇਹਨਾਂ ਨੇ KTS ਤੁਲਸੀ ਨੇ ਵੀ ਉਹਦਾ ਹਵਾਲਾ ਦੇ ਕੇ ਮੈਂ ਸਾਰਾ ਹੀ ਉਹਨੂੰ ਭੇਜਿਆ। ਉਹਦਾ ਅੱਜ ਤੱਕ ਮੈਨੂੰ ਜਵਾਬ ਨਹੀਂ ਆਇਆ। ਦਿੱਲੀ ਗੌਰਮੈਂਟ ਨੇ ਮੁਨਾਸਿਬ ਹੀ ਨਹੀਂ ਸਮਝਿਆ ਕਿ ਇਹਨਾਂ ਨੂੰ ਦੁਬਾਰਾ ਅਸੀਂ ਕੋਈ ਜਵਾਬ ਦੇਈਏ। ਰੰਧਾਵਾ ਸਾਹਿਬ, ਤੁਸੀਂ ਸਾਰੇ ਜਿੰਨੇ ਵੀ ਤਮਾਮ ਰਿਹਾਈ ਹੋਈ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ, ਤੁਸੀਂ ਰਵਨੀਤ ਬਿੱਟੂ ਹੋਰਾਂ ਦੀ ਜੋ ਮੰਗ ਹੈਗੀ ਉਹਨੂੰ ਕਿੰਨਾ ਕੁ ਵਾਜਬ ਸਮਝਦੇ ਹੋ? ਮੈਂ ਇੱਕ ਚੀਜ਼ ਮੈਂ ਗੱਲ, ਅੱਜ ਤੁਸੀਂ ਦੇਖਿਆ ਹੋਣਾ ਕਿ ਰਾਜੀਵ ਗਾਂਧੀ ਦਾ ਜਿਹੜਾ ਕਾਤਲ ਸੀ ਉਹਨੂੰ ਵੀ ਰਿਹਾਈ ਮਿਲ ਗਈ, ਔਰ ਉਸ ਪਰਿਵਾਰ ਨੇ ਰਾਜੀਵ ਗਾਂਧੀ ਦੇ ਬੱਚਿਆਂ ਨੇ ਵੀ ਕਿਹਾ ਕਿ ਜਦੋਂ ਇਹਨੇ ਆਪਣੀ ਸਜ਼ਾ ਭੁਗਤ ਲਈ ਤਾਂ ਇਹਨੂੰ ਛੱਡ ਦੇਣਾ ਚਾਹੀਦਾ। ਮੈਂ ਇਹ ਚੀਜ਼ ਦੇ ਅੱਜ ਵੀ ਹੱਕ 'ਚ ਹੈ ਕਿ ਜਿਨ੍ਹਾਂ ਨੇ ਸਜ਼ਾਵਾਂ ਭੁਗਤ ਲਈਆਂ ਨੇ, ਜਾਂ ਤਾਂ ਗੌਰਮੈਂਟ ਆਫ ਇੰਡੀਆ ਉਹਦੇ ਬਾਰੇ ਕੋਈ ਡਿਸੀਜਨ ਲਵੇ, ਅਤੇ ਅਦਰਵਾਈਜ਼ ਉਹਨਾਂ ਨੂੰ ਨਜਾਇਜ਼ ਜੇਲ੍ਹਾਂ 'ਚ ਨਹੀਂ ਰੱਖਣਾ ਚਾਹੀਦਾ। ਕੋਈ ਕਾਨੂੰਨ ਵੀ ਹੈ ਦੇਸ਼ ਦਾ, ਔਰ ਇੰਨੀ ਦੇਰ ਕਿਸੇ ਗੱਲ ਤੋਂ ਬਿਨਾਂ ਮਤਲਬ ਤੋਂ ਜੇਲ੍ਹਾਂ 'ਚ ਰੱਖਣਾ ਮੇਰੇ ਖਿਆਲ 'ਚ ਮੈਂ ਨਹੀਂ ਠੀਕ। ਇਹ ਉਹਦੀ ਆਪਣੀ ਜਾਤੀ ਕੋਈ ਰਾਏ ਆ, ਉਹਨੂੰ ਨਹੀਂ ਮੈਂ। ਸਾਹਿਬ, ਉਹ ਇਸ ਬੰਦੇ ਨੂੰ ਜੋ ਸਜ਼ਾ ਦਿੱਤੀ ਗਈ, ਜੋ ਸਜ਼ਾ ਉਹਨੇ ਭੁਗਤ ਲਈ, ਜਾਂ ਤਾਂ ਉਹਦੇ 'ਚ ਅਮੈਂਡਮੈਂਟ ਕਰਕੇ ਕਿ ਤੈਨੂੰ ਜਿੰਨੀ ਸਜ਼ਾ ਕਿ ਟਿਲ ਡੈਥ ਜਾਂ ਇਹੋ ਜਿਹੀ ਚੀਜ਼ ਵਿੱਚ ਹੋਣੀ ਚਾਹੀਦੀ, ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਚਲਾਉਣ। ਅਤੇ ਮੈਂ ਤਾਂ ਇੱਕ ਰੰਧਾਵਾ ਸਾਹਿਬ ਇਹ ਵੀ ਹੈਗਾ ਨਾ ਕਿ ਰਵਨੀਤ ਬਿੱਟੂ ਵਾਰ-ਵਾਰ ਇਹ ਵੀ ਕਹਿੰਦੇ ਹੈਗੇ ਕਿ ਜੇ ਉਹ ਬਾਹਰ ਆਉਂਦੇ ਆ ਤਾਂ ਉਹ ਲੋਕਾਂ ਦੇ ਹੱਥਾਂ ਦੇ ਵਿੱਚ AK-47 ਦੁਬਾਰਾ ਫੜਾ ਦੇਣਗੇ। ਮੇਰੀ ਗੱਲ ਸੁਣੋ, ਇਹਦੇ 'ਚ ਮੈਂ ਇਹਦੇ 'ਚ ਇਹਦੇ ਨਾਲ ਬਹੁਤ ਨਹੀਂ ਕਰਦਾ। ਠੀਕ ਆ ਕਿ ਕੁਛ ਲੋਕ ਜਿਹੜੇ ਨੇ ਉਹ ਨਹੀਂ ਇਹਨਾਂ ਚੀਜ਼ਾਂ ਤੋਂ ਹਟਦੇ, ਬਾਜ਼ ਨਹੀਂ ਆਉਂਦੇ, ਬਿਲਕੁਲ ਨਹੀਂ ਆਉਂਦੇ। ਉਹਨਾਂ ਦਾ ਕੰਮ ਹੀ ਹੁੰਦਾ ਕਿ ਦੇਸ਼ ਨੂੰ ਬਰਬਾਦ ਕਰਨਾ। ਕਈ ਬੰਦੇ ਇਹੋ ਜਿਹੇ ਨੇ ਜਿਹੜੇ ਆਪਣਾ ਪੀਸਫੁਲ ਲਾਈਫ ਜਿਹੜੀ ਉਹ ਬਤੀਤ ਕਰ ਰਹੇ ਨੇ, ਅਤੇ ਜੇ
ਉਹਨਾਂ ਵਾਂਗੂ ਸਰਕਾਰ ਦੇ ਕੋਲ ਕੁਛ ਵੀ ਜਦੋਂ ਫਿਰ ਕੋਈ ਕਰਦਾ ਸਰਕਾਰ ਇਹ ਥੋੜ੍ਹੀ ਕਿ ਉਹਨਾਂ ਨੂੰ ਫਿਰ ਫੜ ਕੇ ਅੰਦਰ ਕਰੇ। ਮੈਂ ਨਾਲੇ ਪੁੱਛਣਾ ਚਾਹੁੰਦਾ ਕਿ ਜਿਹੜੀ ਦੇਸ਼ ਧਰੋਹ ਦੀਆਂ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਜੇ ਬਾਕੀ ਛੁੱਟ ਸਕਦੇ ਆ ਤਾਂ ਮੇਰੇ ਖਿਆਲ 'ਚ ਇਹਨਾਂ ਵੱਲ ਸਾਨੂੰ ਕੋਈ ਧਿਆਨ ਦੇਣਾ ਚਾਹੀਦਾ। ਇਹਦੇ 'ਚ ਸਾਨੂੰ ਨਹੀਂ। ਮੈਂ ਤਾਂ ਨਾਲੇ ਇਹ ਵੀ ਪੁੱਛਣਾ ਚਾਹੁੰਦਾ ਇਹਨਾਂ ਨੂੰ ਫਿਰ ਤਾਂ ਸਭ ਤੋਂ ਵੱਡਾ ਜੇ ਨੁਕਸਾਨ ਕੀਤਾ ਉਹਦੇ 'ਤੇ ਇਹ ਵੀ ਵੇਖਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ 84 ਦੀ ਹੋਈ ਆ ਜਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਆਰਮੀ ਵਾਲਿਆਂ ਨੂੰ ਕਹਿ ਕੇ ਫੌਜੀਓ ਤੁਸੀਂ ਆਪਣਾ ਕਰਕੇ ਆ ਜਾਓ, ਰਿਵੋਲਟ ਕਰ ਦਿਓ, ਅਤੇ ਉਹ 1400-1500 ਫੌਜੀ ਉਹਨਾਂ ਰਿਵੋਲਟ ਕਰਕੇ ਬਾਹਰ ਆ ਗਿਆ ਸੀ। ਅੱਜ ਤੱਕ ਉਹਨਾਂ ਦੀ ਨਾ ਸ਼੍ਰੋਮਣੀ ਕਮੇਟੀ ਨੇ ਅਤੇ ਨਾ ਇੱਕ ਪ੍ਰਕਾਸ਼ ਸਿੰਘ ਬਾਦਲ ਉਹਦੇ ਬਾਅਦ ਕਈ ਵਾਰ ਮੁੱਖ ਮੰਤਰੀ ਬਣ ਗਏ, ਉਹਨਾਂ ਕਿਸੇ ਨੇ ਉਹਦੇ ਰਿਹੈਬਲੀਟੇਸ਼ਨ ਦਾ ਕੰਮ ਨਹੀਂ ਕੀਤਾ। ਉਹਨਾਂ ਦੇ ਕੀ ਕਸੂਰ ਹੈ ਜੀ ਜਿਹੜੇ ਉਹਨਾਂ ਨੂੰ ਧਰਮੀ ਫੌਜੀ ਕਹਿੰਦੇ ਆ ਅਤੇ ਅੱਜ ਉਹਨਾਂ ਦੇ ਬੱਚੇ ਭੁੱਖੇ ਮਰਦੇ ਫਿਰਦੇ ਨੇ, ਉਹ ਆਪ ਭੁੱਖੇ ਮਰ ਰਹੇ ਨੇ। ਅਤੇ ਉਹਨਾਂ ਦਾ ਇਹਨਾਂ 'ਤੇ ਫਿਰ ਤਾਂ ਦੇਸ਼ ਧਰੋਹ ਦਾ ਮੁਕੱਦਮਾ ਪ੍ਰਕਾਸ਼ ਸਿੰਘ ਬਾਦਲ 'ਤੇ ਉਸੇ ਟਾਈਮ ਹੋਣਾ ਚਾਹੀਦਾ ਸੀ ਜਿੰਨੇ ਦੇਸ਼ ਦੇ ਅਗੇਂਸਟ ਕੰਮ ਕਰਨ ਲਈ ਉਹਨਾਂ ਨੂੰ ਉਕਸਾਇਆ ਸੀ। ਅੱਛਾ ਰੰਧਾਵਾ ਸਾਹਿਬ, ਇੱਕ ਚੀਜ਼ ਹੈਗੀ, ਲੋਕ ਕਹਿੰਦੇ ਕਿ ਜੇ ਪਾਸਟ 'ਚ ਰਹਾਂਗੇ ਤਾਂ ਫਿਰ ਫਿਊਚਰ ਸਿਕਿਉਰ ਹੁੰਦਾ ਨਹੀਂ ਗਾ। ਆ ਜਿਹੜੀ 9 ਮੈਂਬਰੀ ਕਮੇਟੀ ਬਣੀ ਹੈਗੀ ਆ ਉਹਦੇ 'ਚ ਤਮਾਮ ਜੋ ਲੋਕ ਹੈਗੇ ਨੇ, ਕਈ ਲੋਕਾਂ ਨੇ ਇਸ ਚੀਜ਼ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਤਸਵੀਰ ਬੜੀ ਸੋਹਣੀ ਹੈਗੀ, 9 ਮੈਂਬਰ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਕਿਸੇ ਵੇਲੇ ਆਪਸ ਦੇ ਵਿੱਚ ਹੀ ਮੁਖਾਲਫਤ ਰਹਿੰਦੀ ਸੀਗੀ, ਉਹ ਇਕੱਠੇ ਹੋ ਗਏ ਆ। ਫਿਰ ਤੁਹਾਨੂੰ ਇਤਰਾਜ਼ ਕਿਸ ਗੱਲ 'ਤੇ ਹੈ? ਮੈਨੂੰ ਇਤਰਾਜ਼ ਮੈਂ ਤਾਂ ਨਹੀਂ ਕਹਿੰਦਾ ਕਿ ਇਕੱਠੇ ਕਿਉਂ ਨਹੀਂ ਹੋਏ, ਪਰ ਮੈਂ ਇਹ ਕਹਿੰਦਾ ਕਿ ਫਿਰ ਇੰਨਾ ਚਿਰ ਇਸ ਕੌਮ ਨੂੰ ਬਰਬਾਦੀ ਵਾਲੇ ਪਾਸੇ ਕਿਉਂ ਸਿਮਰਜੀਤ ਸਿੰਘ ਮਾਨ ਲੈ ਕੇ ਗਿਆ, ਕਿਉਂ ਕਿਰਪਾਨ ਦਾ ਉਹਨੇ ਪਾ ਛੱਡਿਆ ਪੰਗਾ। ਅਤੇ ਜੇ ਇਹੋ ਚੀਜ਼ਾਂ ਕਰਨੀਆਂ ਸੀ ਤਾਂ ਇੰਨੀ ਕੌਮ ਨੂੰ ਇੰਨੇ ਦੁਖਾਂਤ ਵਿੱਚ ਲੈ ਕੇ ਜਾਣ ਦੀ ਕੀ ਲੋੜ ਸੀ। ਜੇ ਇਹੋ ਹੀ ਗੱਲਾਂ ਕਰਨੀਆਂ ਸੀ ਅਤੇ ਇਹ ਤਾਂ ਬੰਦੇ ਪਹਿਲਾਂ ਹੀ ਛੱਡੇ ਗਏ ਨੇ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਸਿਰਫ ਕੁਰਸੀ ਦੀ ਲਾਲਸਾ ਉਹਦੇ ਲਈ ਇਕੱਠੇ ਹੋ ਰਹੇ ਨੇ। ਇਹਦੇ 'ਚ ਇਹਨਾਂ ਮੈਂ ਗੱਲਾਂ ਕਹਿੰਦਾ ਕਿ ਇਹ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਰਿਵਾਈਵ ਕਰਨ ਲਈ ਭਾਈ ਉਹਦੇ ਜਥੇਦਾਰ ਸਾਹਿਬ ਦੇ ਟਰੈਪ 'ਚ ਆ ਗਏ ਨੇ। ਅਤੇ ਇਹ ਸਾਨੂੰ ਹੁਣ ਚਾਹੀਦਾ ਕਿ ਸਾਰਿਆਂ ਨੂੰ ਵੇਖੋ, ਮੈਂ ਤਾਂ ਆਪ ਮੈਂ ਤੁਹਾਨੂੰ ਨਾਂ ਦੱਸ ਦਿੱਤੇ ਨੇ ਕਿ ਜਿੰਨੇ ਮੈਂ ਕੱਢੇ ਨੇ, ਅਤੇ ਜੇ ਮੇਰੇ 'ਚ ਉਹੋ ਜਿਹੀ ਕੋਈ ਗੱਲ ਹੁੰਦੀ ਕਿ ਮੈਂ ਸੈਕੂਲਰ ਨਾ ਹੁੰਦਾ ਜਾਂ ਇਨਸਾਫ ਪਸੰਦ ਹੁੰਦਾ ਤਾਂ ਨਹੀਂ ਸੀ ਹੋਣਾ। ਅਤੇ ਫਿਰ ਸਿੱਖ ਪ੍ਰਕਾਸ਼ ਸਿੰਘ ਬਾਦਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਿੱਤੀਆਂ ਮੈਂ ਤਾਂ ਫਿਕਸ ਦੇ ਰਿਹਾ। ਅਤੇ ਫਿਰ ਕੌਣ ਹੈ ਅਸੀਂ ਸਿੱਖ ਉਹੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਕਾਲੀ ਹੋਏਗਾ ਉਹੀ ਹੋਏਗਾ, ਅਤੇ ਜਿਹੜਾ ਕਾਂਗਰਸੀ ਜਾਂ ਹੋਰ ਕੋਈ ਉਹ ਸਿੱਖ ਹੀ ਨਹੀਂ ਹੋਏਗਾ, ਉਹਨੂੰ ਸਿੱਖ ਹੀ ਨਹੀਂ ਅਕਾਲ ਤਖਤ ਮੰਨੇਗਾ। ਇਹ ਮੈਂ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੁੰਦਾ, ਇਹ ਗੁਰੂ ਰਾਮਦਾਸ ਦੀ ਨਗਰੀ ਆ, ਇੱਥੇ ਜਥੇਦਾਰ ਸਰਬ ਪ੍ਰਮਾਣਿਤ ਅਤੇ ਸਾਰੀਆਂ ਕੌਮਾਂ ਦਾ ਸਾਰੀ ਕੌਮ ਦਾ ਔਰ ਸਾਰੇ ਸਿੱਖਾਂ ਦਾ ਜਥੇਦਾਰ ਬਣੋ, ਇੱਕ ਪਰਿਵਾਰ ਦਾ ਜਥੇਦਾਰ ਨਾ ਬਣੋ। ਮੈਂ ਤਾਂ ਚਿੱਠੀਆਂ ਲਿਖਦਾ ਰਿਹਾ ਜਥੇਦਾਰ ਸਾਹਿਬ ਨੂੰ, ਅੱਜ ਤੱਕ ਚਿੱਠੀ ਦਾ ਜਵਾਬ ਨਹੀਂ ਕਦੀ ਜਥੇਦਾਰ ਸਾਹਿਬ ਨੇ ਦਿੱਤਾ। ਅਤੇ ਮੇਰੇ ਖਿਆਲ ਜੇ ਬਾਦਲ ਸਾਹਿਬ ਕਿਤੇ ਮਾੜੇ ਜਿਹੇ ਸੁਨੇਹੇ ਭੇਜ ਦੇਣ ਅਤੇ ਗੱਡੀਆਂ ਫੜ ਕੇ ਉੱਧਰ ਨੂੰ ਦੌੜ ਪੈਣਗੇ। ਅਸੀਂ ਤਾਂ ਚਿੱਠੀ ਦਾ ਜਵਾਬ ਮੰਗਦੇ ਹਾਂ ਨਾ ਕਿ ਤੁਸੀਂ ਨਹੀਂ ਦੌੜਨਾ, ਤੁਹਾਡਾ PA ਦੇ ਦੇ। ਅੱਛਾ, ਇੱਕ ਜਿਹੜਾ ਉਹਨਾਂ ਨੇ ਮੀਟਿੰਗ ਦੌਰਾਨ ਇਹ ਕਿਹਾ ਕਿ ਅੱਖ ਮਾਰ ਕੇ ਤੁਸੀਂ ਦੱਸੋ ਕਿ ਜਿਹੜਾ ਮਤਾ ਪਾਸ ਕਰਨਾ ਖਾਲਿਸਤਾਨ ਦਾ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਸੀਨੀਅਰ ਰਾਈਟਰ ਹੈਗੇ ਨੇ ਜਗਤਾਰ ਸਿੰਘ ਜੀ, ਉਹਨਾਂ ਨੇ ਕਿਹਾ ਕਿ ਜੇ ਇੰਨਾ ਕੁ ਖਾਲਿਸਤਾਨ ਨੂੰ ਲੈ ਕੇ ਸੀਰੀਅਸ ਹੈਗੇ ਆ ਅਤੇ ਇਹ ਇਹੋ ਜਿਹਾ ਅੱਖ ਮਾਰ ਕੇ ਵਾਲਾ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਅੱਖ ਮਾਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਜਿਹੜਾ PTC ਚੈਨਲ ਆ ਜਿਹਦੇ 'ਤੇ ਦਰਬਾਰ ਸਾਹਿਬ ਦਾ ਪ੍ਰਸਾਰਣ ਹੁੰਦਾ, ਉਹਦਾ ਜਿਹੜਾ MD ਆ ਨਾਰਾਇਣਨ, ਉਹਦੇ 'ਤੇ ਲੜਕੀ ਦੇ ਕੇਸ ਨੇ ਉਹਦੇ ਲੱਗਦੇ ਨੇ ਕਿ ਉਹਨੇ ਕੁੜੀ ਨੇ ਪੰਜਾਬ ਦੀ ਨੇ ਇੱਕ ਬਾਹਰ ਨਿਕਲ ਕੇ ਕਿਹਾ ਕਿ ਇਹ ਇਹਨਾਂ ਦੇ ਚੈਨਲਾਂ 'ਤੇ ਇਹ ਚੀਜ਼ਾਂ ਹੁੰਦੀਆਂ ਨੇ। ਅਤੇ ਉਹਦਾ ਚੇਅਰਮੈਨ ਕੌਣ ਹੈ ਜੀ? ਉਹਦਾ ਚੇਅਰਮੈਨ ਸੁਖਬੀਰ ਸਿੰਘ ਬਾਦਲ, ਜਿਹੜਾ ਕਹਿੰਦਾ ਕਿ ਪੂਰਾ 100% ਮੇਰੇ ਸ਼ੇਅਰ ਨੇ। ਉਹਦੀ ਵੀਡੀਓ ਆਈ ਸੀ, ਕਹਿੰਦਾ ਮੈਂ ਮੰਨਦਾ ਕਿ ਮੇਰੇ ਇਹਨਾਂ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ ਕਿ ਮੇਰੇ ਸ਼ੇਅਰ ਨੇ 100% ਮੇਰਾ ਇਹ ਚੈਨਲ। ਅਤੇ ਉਹਦੇ ਚੈਨਲ 'ਚ ਪੰਜਾਬ ਦੀਆਂ ਧੀਆਂ ਦੀ ਇੱਜ਼ਤ ਆਬਰੂ ਰੋਲੀ ਜਾਂਦੀ ਆ, ਅਤੇ ਅੱਜ ਤੱਕ ਉਹ ਬੋਲਿਆ ਕਿਉਂ ਨਹੀਂ? ਸ਼੍ਰੋਮਣੀ ਕਮੇਟੀ ਕਿਉਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਜ਼ਬਾਨ ਬੰਦ ਕਰਕੇ ਬੈਠੀ ਹੈ? ਕਿਉਂ ਜਥੇਦਾਰ ਅਕਾਲ ਤਖਤ ਜਿੱਥੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਅਤੇ ਉਸੇ ਹੀ ਚੈਨਲ ਦੇ ਉੱਤੇ ਕੁੜੀਆਂ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਦੀ ਖਬਰ ਆਉਂਦੀ ਆ, ਅਤੇ ਉਹਦੇ 'ਤੇ ਕਿਉਂ ਨਹੀਂ ਬੋਲਿਆ? ਸਿਰਫ ਇਸੇ ਕਰਕੇ ਕਿ ਉਹ ਸੁਖਬੀਰ ਬਾਦਲ ਦਾ ਚੈਨਲ ਹੈ, ਇਸ ਕਰਕੇ ਨਹੀਂ ਬੋਲਿਆ। ਇਹ ਚੀਜ਼ਾਂ ਬੜੀ SGPC ਦਾ ਵੀ ਚੈਨਲ ਆ ਰਿਹਾ, ਹੁਣ ਤਾਂ SGPC ਵੀ ਚੈਨਲ ਲੈ ਕੇ ਆ ਰਹੀ ਹੈ। SGPC ਜਦੋਂ ਲੈ ਕੇ ਇਹ ਬਿਲਕੁਲ ਝੂਠ ਬੋਲਦੇ ਨੇ, ਕੋਈ ਚੈਨਲ ਨਹੀਂ ਹੈਗਾ, ਇਹ ਪ੍ਰਕਾਸ਼ ਸਿੰਘ ਦਾ ਚੈਨਲ ਹੀ ਚੱਲੇਗਾ। ਔਰ ਤੁਸੀਂ ਵੀ ਇੱਥੇ ਬੈਠੇ ਹੋ, ਤੁਹਾਡੇ ਚੈਨਲ ਤੁਹਾਨੂੰ ਤਾਂ ਸਿੱਖੀ 'ਚੋਂ ਬਾਹਰ ਕੱਢ ਦਿੰਦੇ ਜੇ ਤੁਸੀਂ ਬੋਲਦੇ ਹੋ। ਤੁਸੀਂ ਕਹਿੰਦੇ ਤੁਸੀਂ ਸਿੱਖ ਹੀ ਨਹੀਂ, ਜੇ ਮੇਰੇ ਵਰਗਾ ਬੋਲਦਾ ਕਹਿੰਦਾ ਸਿੱਖ ਹੀ ਨਹੀਂ, ਅਤੇ ਇਹ ਭਾਵੇਂ ਲੋਕਾਂ ਦੀਆਂ ਧੀਆਂ ਭੈਣਾਂ ਔਰਬਿਟ ਬੱਸ 'ਚ ਕੀ ਹੋਇਆ? ਕਿਉਂ ਨਹੀਂ ਬੋਲਿਆ ਕਿਉਂ ਨਹੀਂ ਅਕਾਲ ਤਖਤ ਤੋਂ ਬੋਲਿਆ ਕਿ ਤੇਰੇ ਬਿਜ਼ਨਸ ਤੂੰ ਕਰ ਰਿਹਾ, ਤੂੰ ਸਿੱਖ ਕੌਮ ਦਾ ਨੁਮਾਇੰਦਾ? ਇਹੋ ਹੀ ਕਹਿਣਾ ਇਹਨੇ ਜਥੇਦਾਰ ਅਕਾਲ ਤਖਤ ਨੇ ਕਿ ਸਿੱਖ ਕੌਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ, ਅਤੇ ਨੁਮਾਇੰਦਾ ਜਮਾਤ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੀ ਹੈ।
ਤੇ ਜਿਹੜੀ ਗੱਲ ਸਿਮਰਜੀਤ ਸਿੰਘ ਮਾਨ ਹੋਣਾ ਨੇ ਗੱਲ ਕੀਤੀ ਆ ਕਿ ਖਾਲਿਸਤਾਨ ਚਾਹੀਦਾ, ਸਰਨਾ ਸਾਹਿਬ ਦਿੱਲੀ 'ਚ ਬੈਠੇ ਹੋ, ਫਿਰ ਦਿੱਲੀ ਲਓਗੇ, ਦਿੱਲੀ ਨੂੰ ਲਓਗੇ ਖਾਲਿਸਤਾਨ ਵਾਲੀ 'ਚ? ਜੀਕੇ ਸਾਹਿਬ ਦੋ ਜਵਾਬ ਲਓਗੇ? ਰਾਜਸਥਾਨ ਦਾ ਗੰਗਾ ਨਗਰ ਦਾ ਏਰੀਆ ਲਓਗੇ? ਬਾਕੀ ਜਿੱਥੇ ਜਿੱਥੇ ਸਿੱਖ ਬੈਠੇ ਨੇ ਲਓਗੇ ਇਹਨਾਂ ਨੂੰ ਖਾਲਿਸਤਾਨ 'ਚ ਲਓਗੇ? ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਉੱਥੋਂ ਚੱਲਿਆ ਸੀ ਰਾਜ ਕਾਬਲ ਤੋਂ, ਉੱਥੋਂ ਲਓਗੇ? ਲਾਹੌਰ ਲਓਗੇ ਖਾਲਿਸਤਾਨ 'ਚ? ਇਹ ਗੱਲਾਂ ਇੱਦਾਂ ਕਰ ਦੇਣੀਆਂ, ਅੱਖਾਂ ਮਾਰ ਲਓ ਜੀ, ਸੱਜੀ ਅੱਖ ਮਾਰ ਲਓ ਜੀ। ਇਹ ਮੈਨੂੰ ਆਖਿਆ ਹੀ ਅਫਸੋਸ ਹੈ ਕਿ ਮਾਨ ਸਾਹਿਬ ਤੁਸੀਂ ਇਹਨਾਂ ਦਿਨ ਪਾਰਲੀਮੈਂਟ 'ਚ ਜਾ ਕੇ ਖਲੋ ਕੇ ਕਹਿਣਾ ਸੀ ਮੈਨੂੰ ਖਾਲਿਸਤਾਨ ਚਾਹੀਦਾ। ਤੁਸੀਂ ਇੱਕ ਵਾਰ MP ਬਣੇ, ਬਾਅਦ 'ਚ ਜ਼ਮਾਨਤ ਜ਼ਬਤ ਨਹੀਂ ਰਹੀ ਹੈ ਤੁਹਾਡੀ, ਕਿਉਂ ਨਹੀਂ ਸਿੱਖ ਕੌਮ 'ਤੇ ਵੋਟਾਂ ਪਈਆਂ ਜੀ? ਸਰ ਮੈਂ ਹੁਣ ਜਲਦੀ ਸਿਆਸਤ ਨੂੰ ਲੈ ਕੇ 2-3 ਸਵਾਲ ਕਰੂੰਗਾ ਤੁਹਾਡੇ ਕੋਲੋਂ। ਇੱਕ ਕੱਲ੍ਹ ਤਸਵੀਰ ਆਈ ਭਗਵੰਤ ਮਾਨ ਸਾਹਿਬ ਡੱਲੇਵਾਲ ਸਾਹਿਬ ਨੂੰ ਜੱਫੀ ਪਾ ਰਹੇ, ਬੜੀ ਸੋਹਣੀ ਤਸਵੀਰ ਸੀਗੀ। ਤੁਹਾਡੇ ਲਈ ਸੋਹਣੀ ਹੈਗੀ ਕਿ ਨਹੀਂ ਹੈਗੀ? ਕਿਉਂਕਿ ਮਸਲਾ ਹੱਲ ਹੋ ਗਿਆ, ਕਿਸਾਨ ਆਪਣੇ ਘਰ ਵੜ। ਮੈਨੂੰ ਤਾਂ ਇਹਦੇ 'ਚ ਇਹ ਲੱਗਦਾ ਕਿ ਆਪੇ ਹੀ ਮਸਲਾ ਪੈਦਾ ਕੀਤਾ, ਆਪੇ ਮਸਲਾ ਹੱਲ ਕਰ ਲਿਆ। ਅਤੇ ਇਹ ਜਿਹੜੇ ਮਸਲੇ ਸੀ ਫਿਰ ਜੇ ਤੁਰਨ ਤੋਂ ਪਹਿਲਾਂ ਹੀ ਕਰ ਦਿੰਦੇ, 13 ਚੋਂ 12 ਮੰਨ ਲਈਆਂ ਜੀ, ਅਤੇ ਇਹ ਤਾਂ ਮੈਨੂੰ ਤਾਂ ਬੜੀ ਹੈਰਾਨਗੀ ਆ। ਕੋਈ ਪਤਾ ਨਹੀਂ, ਚਲੋ ਜਿਹੜੀ ਪੋਲੀਟਿਕਸ ਇਹਨਾਂ ਦੀ ਹੋਏਗੀ ਕਿਸਾਨ ਯੂਨੀਅਨ ਦੀ, ਅਤੇ ਇਹਨਾਂ ਦੇ ਅੰਦਰ ਖਾਤੇ ਕੀ ਚੱਲਦਾ ਮੈਨੂੰ ਨਹੀਂ ਪਤਾ। ਕਿਸਾਨ ਯੂਨੀਅਨ ਵੀ ਇਹਨਾਂ ਨਾਲ ਰਲ ਕੇ ਪੋਲੀਟਿਕਸ ਕਰ ਰਹੀ ਹੈ। ਮੈਂ ਗੱਲ ਸੁਣੋ, ਜਿਹੜੇ 13 ਚੋਂ 12 ਸ਼ਾਮੀ ਕਹਿ ਰਹੇ ਕਿ ਮੁਰਦਾਬਾਦ ਕਰਕੇ ਤੁਸੀਂ ਕਰ ਦਿਓ, ਸਵੇਰੇ ਚੁੱਕ ਕੇ ਜੱਫੀਆਂ ਪੈਣ ਲੱਗ ਪਈਆਂ। ਅਤੇ ਬੜਾ ਮੈਨੂੰ ਤਾਂ ਅਸੀਂ ਤਾਂ ਇੱਥੇ ਬੜਾ ਕੁਝ ਕਰਦੇ ਰਹੇ, ਤੁਸੀਂ ਵੀ ਉਦੋਂ ਚੈਨਲ ਲੈ ਕੇ ਆਉਂਦੇ ਰਹੇ ਹੋ। ਅਸੀਂ ਜੋ ਕੋਈ ਮੰਨਦੇ ਕਹਿ ਦਿੰਦੇ ਬਿਲਕੁਲ ਅਸੀਂ ਰਿਜੈਕਟ ਕੀਤਾ। ਅਤੇ ਮੈਨੂੰ ਤਾਂ ਫਿਰ ਹੁਣ ਤਾਂ ਚਲੋ ਇਹਦੇ ਬਾਰੇ ਉਹਨਾਂ ਨੂੰ ਪਤਾ ਹੋਏਗਾ। ਇਹ ਸੀਗੇ ਸੁਖਜਿੰਦਰ ਸਿੰਘ ਰੰਧਾਵਾ, ਤਮਾਮ ਚੀਜ਼ਾਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ। ਕੈਮਰੇ ਦੇ ਸਾਥ ਰਹੇ ਸੀਗੇ ਸੁਖਵਿੰਦਰ ਮਹਿਲ, ਲੰਕੇਸ਼ ਤੇ ਰੋਜ਼ਾਨਾ ਸਪੋਕਸਮੈਨ ਦੇ ਲਈ।